ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਕੈਟੇਕਿਜ਼ਮ ਬੁੱਕ ਜਮਾਤ 8 ਯਿਸੂ ਨਾਲ ਚੱਲਣਾ ਵਿੱਚੋਂ 7ਵਾਂ ਅਧਿਆਇ ਦੇਖਾਂਗੇ, ਜੋ ਕਿ 34 ਪੇਜ ਤੇ ਹੈ। 34 7ਵਾਂ ਅਧਿਆਇ। ਯਿਸੂ ਨੇ ਸਾਡੇ ਦੁੱਖਾਂ ਨੂੰ ਆਪਣੇ ਉੱਪਰ ਲੈ ਲਿਆ। ਅਸੀਂ ਪ੍ਰਭੂ ਯਿਸੂ ਵਿੱਚ ਇੱਕ ਦੁੱਖ ਸਹਿਣ ਕਰਨ ਵਾਲੇ ਸੇਵਕ ਦੀ ਤਸਵੀਰ ਦੇਖਦੇ ਹਾਂ। ਯਸ਼ਾਇਆ ਨਬੀ ਕਹਿੰਦੇ ਹਨ, ਬਹੁਤ ਸਾਰੇ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ, ਕਿਉਂਕਿ ਉਸ ਦਾ ਰੂਪ ਇੰਨਾ ਵਿਗੜਿਆ ਹੋਇਆ ਸੀ ਕਿ ਉਸ ਨੂੰ ਮਾਨਵ ਕਹਿਣਾ ਵੀ ਕਠਿਨ ਸੀ। ਅਸੀਂ ਉਸ ਦੀ ਨਿੰਦਾ ਕੀਤੀ ਅਤੇ ਉਸ ਨੂੰ ਰੱਦ ਦਿੱਤਾ। ਉਸ ਵੇਲੇ ਕਿਸੇ ਨੇ ਦੇਖਿਆ ਤੱਕ ਨਾ ਉਸ ਦਾ ਅਸੀਂ ਕੁਝ ਮੁੱਲ ਨਾ ਪਾਇਆ, ਇਸ ਲਈ ਉਸ ਨੂੰ ਬੇਧਿਆਨ ਕਰ ਦਿੱਤਾ। ਸੱਚਮੁੱਚ ਉਸਨੇ ਸਾਡੇ ਗਮ ਲੈ ਲਏ ਅਤੇ ਸਾਡੀ ਥਾਂ ਸਾਡੇ ਦੁੱਖ ਸਹੇ, ਪਰ ਫਿਰ ਵੀ ਅਸੀਂ ਉਸ ਨੂੰ ਸਜ਼ਾ ਦਿੱਤੀ ਹੈ। ਸੋ ਉਹ ਸਾਡੇ ਪਾਪਾਂ ਕਾਰਨ ਜ਼ਖਮੀ ਹੋਇਆ, ਸਾਡੇ ਅਪਰਾਧਾਂ ਦੀ ਮਾਰ ਉਸਨੇ ਖਾਧੀ। ਯਸ਼ਾਇਆ ਪ੍ਰਭੂ ਦੇ ਦਾਸ ਨੇ ਇਹ ਤਸਵੀਰ ਰਾਹੀਂ ਪ੍ਰਭੂ ਯਿਸੂ ਦੇ ਤਸੀਹਿਆਂ ਦਾ ਵਰਣਨ ਕੀਤਾ ਹੈ। ਪ੍ਰਭੂ ਯਿਸੂ ਨੇ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਪ੍ਰਭੂ ਯਿਸੂ ਦਾ ਜ਼ਖਮਾਂ ਨਾਲ ਪੂਰਾ ਸਰੀਰ ਲਹੂ ਲੁਹਾਨ, ਸਿਰ ਉੱਤੇ ਕੰਡਿਆਂ ਦਾ ਤਾਜ, ਹੱਥਾਂ ਵਿੱਚ ਕਿਲ, ਜ਼ਾਲਮਾਂ ਦੁਆਰਾ ਉਡਾਈਆਂ ਗਈਆਂ ਮਜ਼ਾਕ ਪ੍ਰਭੂ ਯਿਸੂ ਨੂੰ ਲੋਕਾਂ ਦਾ ਦੁੱਖ ਹਰਨ ਕਰਨ ਵਾਲੇ ਸੰਪੂਰਨ ਤਸਵੀਰ ਨੂੰ ਦਰਸਾਉਂਦਾ ਹੈ। ਪ੍ਰਭੂ ਯਿਸੂ ਦੇ ਮੁਕਤੀਕਾਰੀ ਦੁੱਖ ਭੋਗ ਦੀ ਭਵਿੱਖਬਾਣੀ। ਪ੍ਰਭੂ ਯਿਸੂ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਖੁਦਾ ਨੇ ਉਸ ਨੂੰ ਲੋਕਾਂ ਦੇ ਪਾਪਾਂ ਦੀ ਰਿਹਾਈ ਵਾਸਤੇ ਚੁਣਿਆ ਹੈ। ਪ੍ਰਭੂ ਯਿਸੂ ਦਾ ਆਪਣੀ ਮੌਤ ਬਾਰੇ 3 ਵਾਰ ਪਹਿਲਾਂ ਹੀ ਦੱਸਣਾ ਇਸ ਗੱਲ ਦਾ ਸੰਕੇਤ ਕਰਦਾ ਹੈ। ਪ੍ਰਭੂ ਯਿਸੂ ਦਾ ਭੋਜਨ ਖੁਦਾ ਦੀ ਮਰਜ਼ੀ ਪੂਰੀ ਕਰਨਾ ਸੀ। ਯਿਸੂ ਜਿਨ੍ਹਾਂ ਵਾਸਤੇ ਖਾਣੇ ਤੋਂ ਜ਼ਿਆਦਾ ਮਹੱਤਵਪੂਰਨ ਖੁਦਾ ਬਾਪ ਦੁਆਰਾ ਦਿੱਤਾ ਹੋਇਆ ਉਦੇਸ਼ ਸੀ। ਜਦੋਂ ਉਹਨਾਂ ਨੇ ਪਿਆਰੇ ਚੇਲਿਆਂ ਨੂੰ ਕਿਹਾ, ਅਸੀਂ ਇਹ ਤੁਹਾਡੇ ਨਾਲ ਨਹੀਂ ਹੋਣ ਦੇਵਾਂਗੇ, ਤਾਂ ਯਿਸੂ ਨੇ ਉਸ ਨੂੰ ਕਿਹਾ, ਸ਼ੈਤਾਨ ਮੇਰੇ ਤੋਂ ਦੂਰ ਚਲਾ ਜਾ। ਯਿਸੂ ਨੇ ਮੁਕਤੀਕਾਰੀ ਦੁੱਖਾਂ ਦੀ ਪਹਿਲੀ ਭਵਿੱਖਬਾਣੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੈਸਰੀਆ ਫਿਲਿੱਪੀ ਵਿਖੇ ਪਤਰਸ ਨੇ ਇਕਰਾਰ ਕੀਤਾ ਅਤੇ ਪ੍ਰਭੂ ਯਿਸੂ ਨੂੰ ਕਿਹਾ, ਤੁਸੀਂ ਮਸੀਹ ਹੋ, ਜਿਉਂਦੇ ਖੁਦਾ ਦੇ ਪੁੱਤਰ। ਉਸ ਦਿਨ ਤੋਂ ਯਿਸੂ ਆਪਣੇ ਚੇਲਿਆਂ ਨੂੰ ਇਹ ਦਰਸਾਉਣ ਲੱਗਾ ਕਿ ਉਹ ਯਰੂਸ਼ਲਮ ਜਾਣਾ ਚਾਹੁੰਦਾ ਹੈ ਅਤੇ ਉੱਥੇ ਦੇ ਨੇਤਾ, ਮਹਾਪੁਰੋਹਿਤ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਉਸਨੇ ਬਹੁਤ ਦੁੱਖ ਸਹਿਣਾ ਹੈ ਅਤੇ ਮਾਰ ਖਾਧੀ ਜਾਣੀ ਹੈ ਅਤੇ ਤੀਸਰੇ ਦਿਨ ਜਿਉਂਦਾ ਕੀਤਾ ਜਾਣਾ ਹੈ। ਸੰਤ ਮਤੀ ਦੀ ਅੰਜੀਲ 17 ਉਸਦੀ 20 ਆਇਤ ਵਿੱਚ ਇਸ ਭਵਿੱਖਬਾਣੀ ਦਾ ਵਰਣਨ ਕੀਤਾ ਗਿਆ ਹੈ। ਇਹ ਸੁਣ ਕੇ ਪਤਰਸ ਉਸ ਨੂੰ ਇੱਕ ਪਾਸੇ ਕਰਕੇ ਬੜੇ ਰੋਸ ਨਾਲ ਉਸ ਨੂੰ ਕਹਿਣ ਲੱਗਾ, ਖੁਦਾ ਨਾ ਕਰੇ ਪ੍ਰਭੂ, ਇਸ ਤਰ੍ਹਾਂ ਤੁਹਾਡੇ ਨਾਲ ਕਦੀ ਵੀ ਵਾਪਰੇ। ਪਰ ਉਸਨੇ ਪਿਛਾਂਹ ਮੁੜ ਕੇ ਪਤਰਸ ਨੂੰ ਕਿਹਾ, ਚੱਲ ਮੇਥੋਂ ਦੂਰ ਹਟ ਸ਼ੈਤਾਨ, ਤੂੰ ਮੇਰੇ ਰਾਹ ਵਿੱਚ ਠੋਕਰ ਨਾ ਬਣ, ਕਿਉਂਕਿ ਤੇਰੀ ਸੋਚ ਖੁਦਾ ਵੱਲ ਦੀ ਨਹੀਂ ਹੈ, ਸਗੋਂ ਮਨੁੱਖ ਵੱਲ ਦੀ ਹੈ। ਅੰਜੀਲਕਾਰ ਮਰਕੁਸ ਅਤੇ ਲੂਕਾ ਨੇ ਵੀ ਖੁਦਾ ਯਿਸੂ ਦੇ ਦੁੱਖਾਂ ਦੀ ਭਵਿੱਖਬਾਣੀ ਦਾ ਵਰਣਨ ਕੀਤਾ ਹੈ। ਇਹਨਾਂ ਸ਼ਬਦਾਂ ਰਾਹੀਂ ਪ੍ਰਭੂ ਯਿਸੂ ਨੇ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਦਾ ਉਦੇਸ਼ ਸੰਸਾਰ ਲਈ ਮੁਕਤੀ ਪ੍ਰਾਪਤ ਕਰਨਾ ਹੈ। ਉਹਨਾਂ ਦਾ ਮਰਨਾ ਅਤੇ ਫਿਰ ਪੁਨਰ ਉਥਾਨ ਵਿੱਚ ਆਉਣਾ ਵੀ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਮੁਕਤੀ ਨੂੰ ਪ੍ਰਾਪਤ ਕੀਤਾ ਜਾਵੇ। ਉਜਾੜ ਵਿੱਚ ਕੇਹੇ ਦੇ ਸੱਪ ਨੂੰ ਖੜਾ ਕਰਨਾ। ਖੁਦਾ ਨੇ ਯਿਸੂ ਦੇ ਦੁੱਖਾਂ ਦੀ ਭਵਿੱਖਬਾਣੀ ਦਾ ਵਰਣਨ ਮੱਤੀ, ਮਰਕੁਸ ਅਤੇ ਲੂਕਾ ਨੇ ਕੀਤਾ, ਪਰ ਯੋਹੰਨਾ ਨੇ ਕਿਹਾ, ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਪਰ ਉਠਾਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਨੂੰ ਵੀ ਉੱਪਰ ਉਠਾਇਆ ਜਾਣਾ ਜ਼ਰੂਰੀ ਹੈ, ਤਾਂ ਕਿ ਜੋ ਕੋਈ ਵੀ ਉਸ ਉੱਤੇ ਈਮਾਨ ਲਿਆਵੇ ਉਹ ਅਨੰਤਿਤ ਜੀਵਨ ਪਾਵੇ। ਜਦੋਂ ਇਸਰਾਏਲੀਆਂ ਨੇ ਮਿਸਰ ਤੇ ਕੂਚ ਕੀਤਾ, ਇਸ ਸਾਕੇ ਵਿੱਚ ਪ੍ਰਭੂ ਦਾ ਲੋਕਾਂ ਦੀ ਮਦਦ ਕਰਨਾ ਦਰਸਾਇਆ ਗਿਆ ਹੈ। ਪ੍ਰਭੂ ਨੇ ਇਸਰਾਏਲੀ ਲੋਕਾਂ ਨੂੰ ਮਾਰਗ ਦਿਖਾਇਆ। ਪ੍ਰਭੂ ਨੇ ਆਪਣੇ ਹੱਥ ਉਹਨਾਂ ਦੇ ਸਿਰ ਉੱਤੇ ਧਰਿਆ, ਉਹਨਾਂ ਨੂੰ ਪਾਣੀ, ਆਤਮਕ ਖੁਰਾਕ ਅਤੇ ਡਰ ਤੋਂ ਨਜ਼ਾਤ ਦਿਵਾਈ। ਉਹ ਉਹਨਾਂ ਦੇ ਸਫ਼ਰ ਵਿੱਚ ਦਿਨ ਵਿੱਚ ਛਾਂ ਅਤੇ ਰਾਤ ਨੂੰ ਚਾਨਣ ਵਾਂਗ ਰਿਹਾ। ਉਹ ਪ੍ਰਭੂ ਅਤੇ ਮੂਸਾ ਦੇ ਵਿਰੁੱਧ ਇਹ ਕਹਿ ਕੇ ਬੁੜਬੁੜਾਉਣ ਲੱਗੇ, ਤੂੰ ਸਾਨੂੰ ਮਿਸਰ ਤੋਂ ਕੱਢ ਕੇ ਇਸ ਉਜਾੜ ਵਿੱਚ ਮਰਨ ਲਈ ਕਿਉਂ ਲੈ ਆਇਆ ਹੈ? ਇੱਥੇ ਨਾ ਤਾਂ ਖਾਣ ਲਈ ਭੋਜਨ ਹੈ ਅਤੇ ਨਾ ਹੀ ਪੀਣ ਲਈ ਪਾਣੀ। ਤਦ ਪ੍ਰਭੂ ਨੇ ਉਹਨਾਂ ਵਿਚਕਾਰ ਜ਼ਹਿਰ ਭਰੇ ਸੱਪ ਘੱਲੇ, ਜਿਨ੍ਹਾਂ ਦੇ ਕੱਟਣ ਨਾਲ ਬਹੁਤ ਸਾਰੇ ਇਸਰਾਏਲੀ ਮਰ ਗਏ। ਇੱਥੇ ਇਸਰਾਏਲੀਆਂ ਨੂੰ ਇਹ ਅਹਿਸਾਸ ਹੋਇਆ ਕਿ ਅਸੀਂ ਪ੍ਰਭੂ ਅਤੇ ਮੂਸਾ ਦੇ ਖਿਲਾਫ ਬੋਲ ਕੇ ਗਲਤ ਕੀਤਾ। ਉਹ ਮੂਸਾ ਕੋਲ ਗਏ ਅਤੇ ਆਪਣੀ ਗਲਤੀ ਨੂੰ ਕਬੂਲ ਕੀਤਾ ਅਤੇ ਬੇਨਤੀ ਕੀਤੀ ਕਿ ਉਹਨਾਂ ਨੂੰ ਸੱਪਾਂ ਤੋਂ ਬਚਾਇਆ ਜਾਵੇ।
ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇੱਕ ਸੱਪ ਬਣਾ ਕੇ ਇੱਕ ਵੰਝ ਉਤੇ ਟੰਗ ਅਤੇ ਉਸ ਨੂੰ ਖੜਾ ਕਰਕੇ 2 ਸੱਪ ਦਾ ਕੱਟਿਆ ਮਨੁੱਖ ਤੇਰੇ ਬਣਾਏ ਇਸ ਸੱਪ ਨੂੰ ਦੇਖੇਗਾ, ਉਹ ਬਚ ਜਾਵੇਗਾ। ਮੂਸਾ ਨੇ ਉਵੇਂ ਹੀ ਕੀਤਾ ਜਿਵੇਂ ਪ੍ਰਭੂ ਨੇ ਉਸ ਨੂੰ ਕਿਹਾ। ਜਿਨ੍ਹਾਂ ਨੇ ਇਸ ਸੱਪ ਨੂੰ ਦੇਖਿਆ ਅਤੇ ਉਹ ਜਿਉਂਦੇ ਰਹਿ ਗਏ। ਪ੍ਰਭੂ ਯਿਸੂ ਨੂੰ ਸਲੀਬ ਤੇ ਇਸ ਲਈ ਚੜਾਇਆ ਗਿਆ ਤਾਂ ਕਿ ਉਹ ਪਾਪਾਂ ਤੋਂ ਮੁਕਤੀ ਦੇ ਸਕਣ। ਜਿਹੜੇ ਲੋਕਾਂ ਨੇ ਇਸ ਨੂੰ ਵਿਸ਼ਵਾਸ ਅਤੇ ਆਸ ਨਾਲ ਦੇਖਿਆ, ਉਹਨਾਂ ਨੂੰ ਜੀਵਨ ਦਾਨ ਮਿਲਿਆ। ਇਸੇ ਤਰ੍ਹਾਂ ਕਹੇ ਦੇ ਬਣੇ ਸੱਪ ਦਾ ਲੋਕਾਂ ਅੱਗੇ ਨਵਾਂ ਅਰਥ ਸਾਹਮਣੇ ਆਇਆ। ਯਿਸੂ ਨੇ ਕਿਹਾ, ਜਦੋਂ ਮੈਂ ਧਰਤੀ ਤੋਂ ਉਠਾਇਆ ਜਾਵਾਂਗਾ, ਸਾਰੇ ਮਨੁੱਖਾਂ ਨੂੰ ਆਪਣੇ ਵੱਲ ਖਿੱਚ ਲਿਆਵਾਂਗਾ। ਸਾਡਾ ਬਚਾਉਣ ਵਾਲਾ ਪ੍ਰਭੂ ਜਿਹੜਾ ਸੂਲੀ ਤੇ ਚੜ ਗਿਆ ਸੀ, ਉਹ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦਾ ਰਹੇਗਾ। ਆਓ ਅਸੀਂ ਸਾਰੇ ਮਿਲ ਕੇ ਆਪਣਾ ਪਿਆਰ ਉਹਨਾਂ ਲਈ ਬਿਆਨ ਕਰੀਏ ਜਿਸ ਨੇ ਸਾਡੀਆਂ ਤਕਲੀਫਾਂ ਅਤੇ ਦਰਦ ਆਪਣੇ ਉੱਤੇ ਲੈ ਲਏ ਅਤੇ ਸਾਡੇ ਪਾਪ ਚੁੱਕ ਲਏ। ਆਓ ਅਸੀਂ ਸਾਰੇ ਮਿਲ ਕੇ ਉਸ ਨੂੰ ਮਾਨਵਤਾ ਨੂੰ ਬਚਾਉਣ ਵੱਲ ਕੋਸ਼ਿਸ਼ ਕਰੀਏ। ਯਿਸੂ ਦੇ ਚੇਲੇ ਬਣ ਕੇ ਇਹੀ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਗਿਰਜਾ ਘਰ ਦੇ ਵਿੱਚ ਲੋਕਾਂ ਨੂੰ ਤਕਲੀਫਾਂ ਅਤੇ ਪਰੇਸ਼ਾਨੀਆਂ ਤੋਂ ਨਿਜਾਤ ਦਿਵਾਈਏ। ਸਾਨੂੰ ਇਹ ਵਿਅਕਤੀਗਤ ਅਤੇ ਸਮਾਜਿਕ ਪੱਧਰ ਤੇ ਉਦੇਸ਼ ਪੂਰਾ ਕਰਨਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਅਸੀਂ ਹਿੱਸਾ ਲੈਂਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਨੇ ਆਪਣੇ ਉੱਪਰ ਸਾਰੇ ਦੁੱਖ ਲੈ ਲਏ। ਇੱਥੇ ਇਹ ਪਾਠ ਖਤਮ ਹੁੰਦਾ ਹੈ। ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਦੇਖਾਂਗੇ, ਸਵਾਲ ਜਵਾਬ, ਜੋ ਕਿ 36 ਪੇਜ ਤੇ ਹਨ। 36 ਪੇਜ ਤੇ ਹਨ। ਉਸਦਾ ਪਹਿਲਾ ਸਵਾਲ ਹੈ, ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਪ੍ਰਭੂ ਯਿਸੂ ਦੀ ਕਹਾਣੀ ਬਾਰੇ 5 ਸਤਰਾਂ ਲਿਖੋ। ਲੋਕਾਂ ਦੇ ਦੁੱਖ ਦੂਰ ਕਰਨ ਵਾਲੇ ਪ੍ਰਭੂ ਯਿਸੂ ਦੀ ਕਹਾਣੀ ਬਾਰੇ 5 ਸਤਰਾਂ ਲਿਖੋ। ਇਸ ਬਾਰੇ ਅਸੀਂ ਪੜ੍ਹਦੇ ਹਾਂ 34 ਪੇਜ ਤੇ। ਜੋ ਪਹਿਲਾ ਪੈਰਾ ਹੈ ਉਸਦਾ ਦੂਸਰਾ ਪਰ ਪੈਰਾ, ਜੋ ਕਿ ਹੈ, ਪ੍ਰਭੂ ਯਿਸੂ ਨੇ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਪ੍ਰਭੂ ਦਾ ਜ਼ਖਮਾਂ ਨਾਲ ਪੂਰਾ ਸਰੀਰ ਲਹੂ ਲੁਹਾਨ, ਸਿਰ ਉਤੇ ਕੰਡਿਆਂ ਦਾ ਤਾਜ, ਹੱਥਾਂ ਵਿੱਚ ਕਿਲ, ਜ਼ਾਲਮਾਂ ਦੁਆਰਾ ਉਡਾਇਆ ਗਿਆ ਮਜ਼ਾਕ ਪ੍ਰਭੂ ਯਿਸੂ ਨੂੰ ਲੋਕਾਂ ਦਾ ਦੁੱਖ ਹਰਨ ਕਰਨ ਵਾਲੀ ਸੰਪੂਰਨ ਤਸਵੀਰ ਨੂੰ ਦਰਸਾਉਂਦਾ ਹੈ। ਇਹ ਹੈ ਪਹਿਲਾ ਉੱਤਰ 34 ਪੇਜ, ਜੋ ਉਸਦਾ ਸਟਾਰਟਿੰਗ ਪੈਰਾ ਹੈ, ਉਸਦਾ ਦੂਸਰਾ ਪਰ ਪੈਰਾ। ਇਹ ਆਨਸਰ ਹੈ ਇਸਦਾ। ਹੁਣ ਅਸੀਂ ਦੂਸਰਾ ਪ੍ਰਸ਼ਨ ਦੇਖਾਂਗੇ। ਪਵਿੱਤਰ ਬਾਈਬਲ ਦੇ ਪੁਰਾਣੇ ਨੇਮ ਦੇ ਅਨੁਸਾਰ ਪ੍ਰਭੂ ਯਿਸੂ ਬਾਰੇ ਹੋਈਆਂ ਭਵਿੱਖਬਾਣੀਆਂ ਕਿਵੇਂ ਉਹਨਾਂ ਨੂੰ ਪੂਰੀਆਂ ਕੀਤੀਆਂ। ਪਵਿੱਤਰ ਬਾਈਬਲ ਦੇ ਪੁਰਾਣੇ ਨੇਮ ਦੇ ਅਨੁਸਾਰ ਪ੍ਰਭੂ ਯਿਸੂ ਦੇ ਬਾਰੇ ਜੋ ਪੁਰਾਣੀਆਂ ਭਵਿੱਖਬਾਣੀਆਂ ਹੋਈਆਂ ਸੀ, ਉਹਨਾਂ ਨੇ ਕਿਵੇਂ ਪੂਰੀਆਂ ਕੀਤੀਆਂ। ਇਸ ਨੂੰ ਅਸੀਂ ਦੇਖਾਂਗੇ। ਦੂਸਰਾ ਪੈਰਾ, ਪ੍ਰਭੂ ਯਿਸੂ ਦੀ ਮੁਕਤੀਕਾਰੀ ਦੁੱਖ ਭੋਗ ਦੀ ਭਵਿੱਖਬਾਣੀ। ਇਸ ਦੇ ਸਟਾਰਟਿੰਗ ਤੋਂ ਹੀ ਦੇਖਾਂਗੇ ਕਿ ਪ੍ਰਭੂ ਯਿਸੂ ਨੂੰ ਇਸ ਗੱਲ ਦਾ ਪੂਰਾ ਗਿਆਨ ਸੀ ਕਿ ਖੁਦਾ ਨੇ ਉਸ ਨੂੰ ਲੋਕਾਂ ਦੇ ਪਾਪਾਂ ਦੀ ਰਿਹਾਈ ਵਾਸਤੇ ਚੁਣਿਆ ਹੈ। ਪ੍ਰਭੂ ਦਾ ਆਪਣਾ ਮੌਤ ਬਾਰੇ 3 ਵਾਰ ਪਹਿਲਾਂ ਹੀ ਦੱਸਣਾ ਇਸ ਗੱਲ ਦਾ ਸੰਕੇਤ ਕਰਦਾ ਹੈ। ਪ੍ਰਭੂ ਯਿਸੂ ਦਾ ਭੋਜਨ ਖੁਦਾ ਦੀ ਮਰਜ਼ੀ ਪੂਰੀ ਕਰਨਾ ਹੈ। ਯਿਸੂ ਨੇ ਜਿਨ੍ਹਾਂ ਵਾਸਤੇ ਖਾਣੇ ਤੋਂ ਜ਼ਿਆਦਾ ਮਹੱਤਵਪੂਰਨ ਖੁਦਾ ਦਾ ਮਰਜ਼ੀ ਸੀ। ਜਦੋਂ ਉਹਨਾਂ ਨੇ ਆਪਣੇ ਪਿਆਰੇ ਚੇਲੇ ਨੂੰ ਕਿਹਾ, ਅਸੀਂ ਇਹ ਤੁਹਾਡੇ ਨਾਲ ਨਹੀਂ ਹੋਣ ਦੇਵਾਂਗੇ, ਯਿਸੂ ਨੇ ਕਿਹਾ, ਸ਼ੈਤਾਨ ਮੇਰੇ ਕੋਲੋਂ ਚਲਾ ਜਾ। ਯਿਸੂ ਦੀ ਮੁਕਤੀਕਾਰੀ ਦੁੱਖਾਂ ਦੀ ਪਹਿਲੀ ਭਵਿੱਖਬਾਣੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਕੈਸਰੀਆ ਫਿਲਿੱਪੀ ਵਿਖੇ ਪਤਰਸ ਨੇ ਇਕਰਾਰ ਕੀਤਾ ਅਤੇ ਪ੍ਰਭੂ ਯਿਸੂ ਨੂੰ ਕਿਹਾ, ਤੁਸੀਂ ਮਸੀਹ ਹੋ, ਜਿਉਂਦੇ ਖੁਦਾ ਦੇ ਪੁੱਤਰ। ਉਸ ਦਿਨ ਤੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਦਰਸਾਉਣ ਲੱਗਾ ਕਿ ਉਹ ਯਰੂਸ਼ਲਮ ਜਾਣਾ ਹੈ ਅਤੇ ਨੇਤਾਵਾਂ ਅਤੇ ਮਹਾਪੁਰੋਹਿਤ ਅਤੇ ਧਰਮ ਗ੍ਰੰਥੀਆਂ ਦੇ ਹੱਥੋਂ ਦੁੱਖ ਸਹਿਣਾ ਹੈ। ਇਹ ਸੀ ਦੂਸਰਾ ਪ੍ਰਸ਼ਨ। ਦੂਸਰਾ ਉੱਤਰ ਜੋ ਅਸੀਂ ਪੜ੍ਹ ਲਿਆ ਹੈ। ਹੁਣ ਅਸੀਂ ਤੀਸਰਾ ਦੇਖਾਂਗੇ। ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਇਸ ਗੱਲ ਦਾ ਗਿਆਨ ਸੀ ਕਿ ਕਿਵੇਂ ਲੋਕਾਂ ਦਾ ਮੁਕਤੀ ਦਾਤਾ ਨਿਯੁਕਤ ਕੀਤਾ ਗਿਆ। ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਪ੍ਰਭੂ ਯਿਸੂ ਮਸੀਹ ਨੂੰ ਇਹ ਗੱਲ ਦਾ ਗਿਆਨ ਸੀ ਕਿ ਉਹ ਕਿਵੇਂ ਲੋਕਾਂ ਦਾ ਮੁਕਤੀਦਾਤਾ ਨਿਯੁਕਤ ਕੀਤਾ ਗਿਆ ਹੈ। ਇਸ ਦਾ ਆਨਸਰ ਅਸੀਂ ਦੇਖਾਂਗੇ। ਪ੍ਰਭੂ ਯਿਸੂ ਮਸੀਹ ਦਾ ਮੁਕਤੀਕਾਰੀ ਦੁੱਖ ਭੋਗ ਦੀ ਭਵਿੱਖਬਾਣੀ, ਉਸਦਾ 35 ਪੇਜ, ਉਸਦੇ ਐਂਡ ਲਾਈਨ ਤੋਂ ਅਸੀਂ ਦੇਖਾਂਗੇ ਕਿ ਅੰਜੀਲਕਾਰ ਮਰਕੁਸ ਅਤੇ ਲੂਕਾ ਨੇ ਵੀ ਪ੍ਰਭੂ ਯਿਸੂ ਦੇ ਦੁੱਖਾਂ ਦੀ ਭਵਿੱਖਬਾਣੀ ਵਰਣਨ ਕੀਤਾ। ਇਹਨਾਂ ਸ਼ਬਦਾਂ ਰਾਹੀਂ ਪ੍ਰਭੂ ਯਿਸੂ ਨੇ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਦਾ ਉਦੇਸ਼ ਸੰਸਾਰ ਲਈ ਮੁਕਤੀ ਪ੍ਰਾਪਤ ਕਰਨਾ ਹੈ। ਉਹਨਾਂ ਦਾ ਮਰਨਾ ਅਤੇ ਫਿਰ
ਪੁਨਰ ਉਥਾਨ ਵਿੱਚ ਆਉਣਾ ਵੀ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਉਹ ਮੁਕਤੀ ਨੂੰ ਪ੍ਰਾਪਤ ਕੀਤਾ। ਕਦੋਂ ਯਿਸੂ ਨੇ ਪਤਰਸ ਨੂੰ ਕਿਹਾ ਕਿ ਸ਼ੈਤਾਨ ਤੇਰੇ ਪਿੱਛੇ ਹੈ? ਚੌਥਾ ਪ੍ਰਸ਼ਨ, ਕਦੋਂ ਯਿਸੂ ਨੇ ਪਤਰਸ ਨੂੰ ਕਿਹਾ ਕਿ ਸ਼ੈਤਾਨ ਤੇਰੇ ਪਿੱਛੇ ਹੈ? ਇਸ ਦਾ ਉੱਤਰ ਵੀ ਅਸੀਂ ਦੇਖਾਂਗੇ। ਪ੍ਰਭੂ ਯਿਸੂ ਦੇ ਮੁਕਤੀਕਾਰੀ ਦੁੱਖ ਭੋਗ ਦੀ ਭਵਿੱਖਬਾਣੀ 35 ਪੇਜ। ਜਦੋਂ ਪਤਰਸ ਨੇ ਉਸ ਨੂੰ ਕਿਹਾ, ਸੰਤ ਮੱਤੀ ਦੀ ਅੰਜੀਲ 17 ਦੀ 20 ਆਇਤ, ਇਸ ਵਿੱਚ ਭਵਿੱਖਬਾਣੀ ਦਾ ਵਰਣਨ ਕੀਤਾ ਗਿਆ ਹੈ। ਇਹ ਸੁਣ ਕੇ ਪਤਰਸ ਉਸ ਨੂੰ ਇੱਕ ਪਾਸੇ ਕਰਕੇ ਬੜੇ ਰੋਸ ਨਾਲ ਇਹ ਕਹਿਣ ਲੱਗਾ, ਖੁਦਾ ਨਾ ਕਰੇ ਪ੍ਰਭੂ, ਇਸ ਤਰ੍ਹਾਂ ਤੁਹਾਡੇ ਨਾਲ ਕਦੀ ਵਾਪਰੇ। ਪਰ ਉਸਨੇ ਪਿਛਾਂਹ ਮੁੜ ਕੇ ਪਤਰਸ ਨੂੰ ਕਿਹਾ, ਚੱਲ ਮੇਰੇ ਤੋਂ ਪਿੱਛੇ ਹਟ ਸ਼ੈਤਾਨ, ਮੇਰੇ ਰਾਹ ਵਿੱਚ ਠੋਕਰ ਨਾ ਬਣ, ਕਿਉਂਕਿ ਤੇਰੀ ਸੋਚ ਖੁਦਾ ਵੱਲ ਦੀ ਨਹੀਂ ਸਗੋਂ ਮਨੁੱਖਾਂ ਵੱਲ ਦੀ ਹੈ। ਇਹ ਸੀ ਚੌਥਾ ਉੱਤਰ। ਹੁਣ ਅਸੀਂ ਪੰਜਵਾਂ ਪ੍ਰਸ਼ਨ ਦੇਖਾਂਗੇ ਜੋ ਕਿ ਆਖਰੀ ਹੈ। ਪ੍ਰਭੂ ਯਿਸੂ ਦੇ ਵਿੱਚ ਕਹੇ ਦੇ ਸੱਪ ਦਾ ਚਿੰਨ੍ਹਕਾਰ ਕਿਸ ਤਰ੍ਹਾਂ ਹੁੰਦਾ ਹੈ? ਪ੍ਰਭੂ ਯਿਸੂ ਦੇ ਵਿੱਚ ਕਹੇ ਦੇ ਸੱਪ ਦਾ ਚਿੰਨ੍ਹਕਾਰ ਕਿਸ ਤਰ੍ਹਾਂ ਹੁੰਦਾ ਹੈ? ਅਸੀਂ ਇਹ ਦੇਖਾਂਗੇ। ਉਜਾੜ ਵਿੱਚ ਕਹੇ ਦੇ ਸੱਪ ਨੂੰ ਖੜਾ ਕਰਨਾ ਪਹਿਰੇ ਵਿੱਚ ਉਸਦਾ ਚੌਥਾ ਪਹਿਰਾ ਜੋ ਕਿ 35 ਪੇਜ ਤੇ ਹੈ। ਪ੍ਰਭੂ ਯਿਸੂ ਨੂੰ ਸਲੀਬ ਤੇ ਇਸ ਲਈ ਚੜਾਇਆ ਗਿਆ ਕਿ ਉਹ ਪਾਪਾਂ ਤੋਂ ਮੁਕਤੀ ਦੇ ਸਕਣ। ਜਿਹੜੇ ਲੋਕਾਂ ਨੇ ਇਸ ਨੂੰ ਵਿਸ਼ਵਾਸ ਅਤੇ ਆਸ ਨਾਲ ਦੇਖਿਆ, ਉਹਨਾਂ ਨੂੰ ਜੀਵਨ ਦਾਨ ਮਿਲਿਆ ਹੈ। ਇਸੇ ਤਰ੍ਹਾਂ ਕਹੇ ਦੇ ਬਣੇ ਸੱਪ ਦਾ ਵੀ ਲੋਕਾਂ ਦੇ ਅੱਗੇ ਨਵਾਂ ਅਰਥ ਸਾਹਮਣੇ ਆਇਆ। ਯਿਸੂ ਨੇ ਕਿਹਾ, ਜਦੋਂ ਮੈਂ ਧਰਤੀ ਤੋਂ ਉਠਾਇਆ ਜਾਵਾਂਗਾ, ਸਾਰੇ ਮਨੁੱਖਾਂ ਨੂੰ ਆਪਣੇ ਵੱਲ ਖਿੱਚ ਲਿਆਵਾਂਗਾ। ਸਾਡਾ ਬਚਾਉਣ ਵਾਲਾ ਪ੍ਰਭੂ ਜਿਹੜਾ ਸੂਲੀ ਤੇ ਚੜ ਗਿਆ ਸੀ, ਉਹ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦਾ ਰਹੇਗਾ। ਆਓ ਅਸੀਂ ਸਾਰੇ ਮਿਲ ਕੇ ਆਪਣਾ ਪਿਆਰ ਉਹਨਾਂ ਲਈ ਬਿਆਨ ਕਰੀਏ ਜਿਸ ਨੇ ਸਾਡੀਆਂ ਤਕਲੀਫਾਂ ਅਤੇ ਦਰਦ ਆਪਣੇ ਉੱਤੇ ਲੈ ਲਏ ਹਨ ਅਤੇ ਸਾਡੇ ਪਾਪ ਚੁੱਕ ਲਏ ਹਨ। ਇਹ ਸੀ ਪੰਜਵਾਂ ਉੱਤਰ। ਇੱਥੇ ਚੈਪਟਰ ਖਤਮ ਹੁੰਦਾ ਹੈ। ਅਸੀਂ ਇਸ ਦਾ ਚੈਪਟਰ ਵੀ ਪੜ੍ਹ ਲਿਆ ਹੈ ਅਤੇ ਇਸ ਦੇ ਪ੍ਰਸ਼ਨ ਉੱਤਰ ਵੀ ਕਰ ਲਏ ਹਨ।